नमस्ते बच्चों, स्वागत है तुहाडा जमात 9वीं विच। मैं सुनीता रानी अज तुहानूं करवाउण जा रही हैं तुहाडी पुस्तक वन्नगी विचों कहानी नंबर 4 मुर्गियां, जो कि नौरंग सिंह जी की लिखी हुई है। लेकिन उस तो पहला मैं तुहानूं नौरंग सिंह जी के बारे विच एक छोटी जी जान पहचान करवावांगी। नौरंग सिंह का जन्म 1905 ईस्वी नूं माता श्रीमती भगवान कौर अते पिता श्री पूरन सिंह के घर चक नंबर 24 जिला लायलपुर पाकिस्तान विखे होया। मुढ़ली विद्या 10वीं तक खालसा हाई स्कूल लायलपुर तो ही की अते उचेरी धार्मिक सिक्ख्या विद्या जिहड़ी सी ओह सिख मिशनरी कॉलेज अमृतसर तो ग्रहण की। 1934 ईस्वी विच आप की पहली कहानी तारो प्रीत लड़ी विच छपी। 1939 ईस्वी तो 1947 ईस्वी तक संसार प्रीत मंडल के मैंबर वजों गुरबख्श सिंह प्रीत लड़ी के संपर्क विच रहे। प्रीतनगर रहिंदियां प्रीत लड़ी उर्दू ਅਤੇ ਪ੍ਰੀਤ ਲੜੀ सैनिक ਸਪਤਾਹਿਕ ਦੇ ਸੰਪਾਦਕ ਰਹੇ। ਆਪ ਮਲਾਇਆ ਦੀ ਯਾਤਰਾ ਤੇ ਵੀ ਗਏ। ਦੇਸ਼ ਦੀ ਵੰਡ ਤੋਂ ਬਾਅਦ ਆਪ ਨੂੰ ਪਿੰਡ ਸਵਾੜਾ ਤਹਿਸੀਲ ਖਰੜ ਵਿੱਚ ਜ਼ਮੀਨ ਅਲਾਟ ਹੋਈ ਤੇ ਇੱਥੇ ਹੀ ਰਹਿਣ ਲੱਗ ਪਏ। 1954 ਤੋਂ 1963 ਈਸਵੀ ਤੱਕ ਕਮਿਊਨਿਸਟ ਪ੍ਰੋਜੈਕਟ ਵਿਭਾਗ ਪੰਜਾਬ ਵਿੱਚ ਨੌਕਰੀ ਕੀਤੀ ਤੇ ਇਸੇ ਦੌਰਾਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੇ ਲੋਕ ਗੀਤ ਅਤੇ ਪੰਜਾਬ ਨਾਂ ਦੀਆਂ ਪੁਸਤਕਾਂ ਲਈ ਸਹਿਯੋਗ ਦਿੱਤਾ। ਮੁੱਢਲੇ ਕਹਾਣੀਕਾਰਾਂ ਵਿੱਚ ਆਪ ਦਾ ਨਾਂ ਵਿਸ਼ੇਸ਼ ਸਥਾਨ ਰੱਖਦਾ ਹੈ। ਉਹਨਾਂ ਦੇ ਭੁੱਖੀਆਂ ਰੂਹਾਂ, ਬੋਝਲ ਪੰਡ, ਮਿਰਜੇ ਦੀ ਜੂ, ਬੂਹਾ ਖੁੱਲ੍ਹ ਗਿਆ, ਮੁਹਾਂਦਰੇ, ਅੰਨਾ ਖੂਹ, ਬੱਚਿਆਂ ਲਈ ਆਦਿ ਕਹਾਣੀਆਂ ਸੰਗ੍ਰਹਿ ਜ਼ਿਕਰਯੋਗ ਹਨ। ਆਪ ਦੀਆਂ ਕੁਝ ਹੋਰ ਰਚਨਾਵਾਂ ਸੰਜ ਸਵੇਰੇ ਕਾਵਿ ਸੰਗ੍ਰਹਿ ਤੋਂ ਮਿੰਦੋ ਨਾਵਲ ਵੀ ਹਨ। ਹਥਲੀ ਪਾਠ ਪੁਸਤਕ ਵਿੱਚ ਆਪ ਦੀ ਬਹੁਚਰਚਿਤ ਕਹਾਣੀਆਂ ਮੁਰਗੀਆਂ ਸ਼ਾਮਿਲ ਕੀਤੀਆਂ ਗਈਆਂ ਹਨ। लेकिन इस तो पहला कि आप कहानी करिए तो आप इस कहानी के बारे में थोड़ा जा कर लें कि कहानी किस बारे है। इस कहानी में करीमू और रहीमू दो भरा हैं। वो सदा खेडन विच मस्त रहते हैं। उन्होंने बीमार माँ मंजे ते पई दम तोड़ रही है, पर उन्होंने इस गल की कोई परवाह नहीं है। उन्हों का पिता जुआरिया अते नशेड़ी सी जो जुए विच अपना सब कुछ हार चुका सी। वेले रहन कारण पिंड वाले उन्हां ते चोरियां करन दा शक करदे सन। बीमार पई माँ दोहां भरावां नूं दसदी है कि उसके कन्नां विच पाईआं मुर्गियां उन्हां दे बाप दी निशानी है। ਇਹ ਮੁਰਗੀਆਂ ਉਹ ਸਾਰੀ ਉਮਰ ਉਸਦੇ ਕੰਨਾਂ ਵਿੱਚ ਪਾਈਆਂ ਦੇਖਣੀਆਂ ਚਾਹੁੰਦਾ ਸੀ। ਮਾਂ ਦੀ ਮੌਤ ਉਪਰੰਤ ਉਹ ਕਬਰਾਂ ਵਿੱਚ ਦਫਨ ਆਪਣੀ ਮਾਂ ਦੇ ਕੰਨਾਂ ਤੋਂ ਮੁਰਗੀਆਂ ਲਾਹ ਕੇ ਵੇਚਣ ਦੀ ਸੋਚਦੇ ਹਨ। ਜਦੋਂ ਕਬਰ ਪੁੱਟਣ ਲੱਗਦੇ ਹਨ ਤਾਂ ਉਹਨਾਂ ਨੂੰ ਆਪਣੀ ਮਾਂ ਦੀ ਨਸੀਹਤ ਯਾਦ ਆ ਜਾਂਦੀ ਹੈ ਤੇ ਉਹਨਾਂ ਦੇ ਮਨਾਂ 'ਤੇ ਗਹਿਰਾ ਅਸਰ ਹੁੰਦਾ ਹੈ। ਉਹ ਮਾਂ ਦੇ ਕੰਨਾਂ ਦੀਆਂ ਮੁਰਗੀਆਂ ਬਿਨਾਂ ਉਤਾਰੇ ਘਰ ਵਾਪਸ ਪਰਤ ਆ ਜਾਂਦੇ ਹਨ। ਇਸ ਪ੍ਰਕਾਰ ਇਸ ਕਹਾਣੀ ਬੜੇ ਮਾਰਮਿਕ ਅੰਤ ਨਾਲ ਖਤਮ ਹੁੰਦੀ ਹੈ। ਤੇ ਚਲੋ ਕਰਦੇ ਹਾਂ ਬੱਚੇ ਇਸ ਕਹਾਣੀ ਨੂੰ। ਹੂੰ ਹਾਏ, ਬਿਮਾਰ ਮਾਂ ਅੰਦਰ ਹੁੰਗਾਰਾ ਮਾਰਦੀ ਸੀ। ਕਰੀਮੂ ਤੇ ਰਹੀਮੂ ਬਾਹਰ ਅਖਰੋਟ ਪਏ ਖੇਡਦੇ ਸਨ। ਹੂੰ ਮੇਰੀ ਚੱਲ ਸੁੱਟ, ਕਰੀਮੂ ਨੇ ਕਿਹਾ। ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਅਖਰੋਟ ਦੀ ਲੱਪ ਖੁੱਤੀ ਵੱਲ ਵਗਾਹੀ। ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਵੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਨੂੰ ਪੁੱਛਿਆ, ਦੱਸ ਚੋਟ ਕਿਹੜੇ ਤੇ ਲਾਵਾਂ? ਲਾ ਵਿਚਕਾਰਲੇ ਤੇ। ਰਹੀਮੂ ਨੇ ਸ਼ਿਸਤ ਬਣ ਕੇ ਅੱਗੇ ਨੂੰ ਝੁੱਕ ਕੇ ਦੱਸੇ ਅਖਰੋਟ ਤੇ ਖਰੋਟ ਵਗਾਰਿਆ, ਪਰ ਨਿਸ਼ਾਨਾ ਉੱਕ ਗਿਆ। ਹਾ ਉੱਕ ਗਿਆ। ਕਰੀਮੂ ਉੱਚੀ ਸਾਰੀ ਹੱਸ ਉੱਠਿਆ। ਹਾਏ ਹਾਏ ਵੇ, ਪਾਣੀ ਦਾ ਘੁੱਟ ਮੂੰਹ ਵਿੱਚ ਪਾ ਜਾਓ ਵੇ। ਅੰਦਰੋਂ ਮਾਂ ਦੀ ਟੁੱਟਵੀਂ ਆਵਾਜ਼ ਆਈ। ਦੇ ਦਿੰਦਿਆਂ ਮਾਂ ਪਾਣੀ ਵੀ, ਕਰੀਮੂ ਨੇ ਅਖਰੋਟ ਹੂੰਝਦਿਆਂ ਆਖਿਆ ਤੇ ਕਾਹਲੀ ਨਾਲ ਉਹ ਨੀਅਤ ਥਾਂ ਤੇ ਅਖਰੋਟ ਕੁੱਤੀ ਵਿੱਚ ਪਾ ਲਈ। ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਅਖਰੋਟ ਕੁੱਤੀ ਵੱਲ ਸੁੱਟੀ। ਨਾਲੇ ਉਹ ਰਹੀਮੂ ਤੋਂ ਪੁੱਛਿਆ, ਕਿੰਨੇ ਪਏ ਨੀ? ਇੱਕੋ ਪਿਆ ਕੁੱਲ। ਰਹੀਮੂ ਐਸ ਤੇ ਡਾਢਾ ਖੁਸ਼ ਹੋਇਆ ਸੀ। ਉਸ ਚੋਟ ਲਾਉਣ ਲਈ ਇੱਕ ਅਖਰੋਟ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, ਪਰ ਉਹ ਜਾਣ ਕੇ ਕਿ ਉਸ ਦੀ ਚੋਟ ਅਖਰੋਟ 'ਤੇ ਵੱਜ ਗਈ ਏ ਤੇ ਉਹ ਸਾਰੇ ਅਖਰੋਟ ਹੁੰਝਣ ਦਾ ਹੱਕਦਾਰ ਹੈ, ਅੱਗੇ ਵਧਿਆ। ਪਰ ਰਹੀਮੂ ਨੇ
ਇਉਂ ਕਰਨ ਤੋਂ ਉਹਨੂੰ ਡੱਕਿਆ। ਉਹਦਾ ਖਿਆਲ ਸੀ ਚੋਟ ਨਹੀਂ ਵੱਜੀ ਤੇ ਐਵੇਂ ਸਾਰੇ ਅਖਰੋਟ ਚੁੱਕ ਨਹੀਂ ਸਕਦਾ, ਪਰ ਕਰੀਮੂ ਆਖੀ ਜਾਈ ਚੋਟ ਲੱਗੀ ਹੈ। ਰਹੀਮੂ ਆਖੇ ਤੂੰ ਰੋਂਦੂ ਏ। ਵਧਾਣ ਵੱਧ ਗਿਆ, ਦੋਹੇ ਗੁੱਥਮ ਗੁੱਥਾ ਹੋ ਗਏ। ਕਰੀਮੂ ਵੱਡਾ ਸੀ, ਉਸ ਰਹੀਮੂ ਦੇ ਦੰਦਾਂ ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ। ਬੁੱਢੀ ਮਾਂ ਅੰਦਰੋਂ ਇੱਕੋ ਸਾਹੇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ। ਉਹਦੇ ਕੰਨੇ ਇਹਨਾਂ ਦੇ ਵਖੜਾਂਦ ਵੀ ਆਵਾਜ਼ ਪੈ ਪੈ ਉਹਨੂੰ ਬਥੇਰੇ ਦੁਖੀ ਕਰਦੀ ਸੀ। ਉਹਦੇ ਤਿਹਾਏ ਬੁੱਲਾਂ 'ਤੇ ਸਿੱਕੜੀਆਂ ਆ ਗਈਆਂ ਸਨ, ਪਰ ਕਿਸੇ ਨੇ ਉਹਦੀ ਨਾ ਸੁਣੀ। ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਹੁੰਦੇ ਸਨ। ਇੱਕ ਦੂਜੇ ਦੇ ਝੱਗੇ ਖੋਹ ਘੱਤ ਦੇ ਖਰੁੰਡਾਂ ਨਾਲ ਮੂੰਹ ਛਿੱਲ ਜਾਂਦੇ, ਪਰ ਮੁੜ ਗੁੱਸਾ ਢਿੱਲਾ ਹੋਣ 'ਤੇ ਦੋਵੇਂ ਓਏ 'ਚ ਓਏ ਹੋ ਜਾਂਦੇ। ਦੋਵਾਂ ਦੇ ਪਿੰਡੇ ਕੱਟੇ ਨਾਲ ਅੱਟੇ ਹੋਏ, ਪੈਰੋਂ ਨੰਗੇ ਨਕੜੰਮੇ 'ਚ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ। ਲੋਕੀ ਉਹਨਾਂ ਵੱਲ ਤੱਕਦੇ, ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ। ਹਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ। ਸਦਾ ਹੀ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਰਹਿੰਦੀਆਂ ਸਨ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਅਖਰੋਟ ਨਾਲ ਖੁੱਤੀ ਖੇਡਦੇ, ਲੋਕਾਂ ਨੂੰ ਉੱਕਾ ਨਾ ਪਾਉਂਦੇ। ਹੁਣ ਕਰੀਮੂ ਤੇ ਰਹੀਮੂ ਦੀ ਉਮਰ ਕਿੰਨੀ ਸੀ? 16 ਤੇ 14 ਸਾਲ ਦੀ। ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ, ਪਰ ਇਹ ਦੋਵੇਂ ਭਰਾ ਘੜੇ ਹੋਏ ਵੀ ਵੱਖਰੀ ਮਿੱਟੀ ਦੇ ਸਨ। ਅਖਰੋਟਾਂ ਤੋਂ ਹੱਟ ਕੋਡੀਆਂ ਨੂੰ ਜੁਟ ਜਾਂਦੇ। ਕਈ ਵਾਰ ਉੱਥੇ ਹੀ ਜੂਤ ਪਤਾੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ 'ਤੇ ਜਾ ਬਹਿੰਦੇ। ਉੱਥੇ ਲੋਕਾਂ ਦੀਆਂ ਇੱਧਰਲੀਆਂ ਉੱਧਰਲੀਆਂ ਸਲੋਣੀਆਂ ਅਲੋਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗਲਵੱਕੜੀ ਪਈ ਹੁੰਦੀ ਸੀ। ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਤ ਹੀ ਕਿੱਥੇ ਸੀ, ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵੇਲ ਵੀ ਤੇ ਕਰੀਮੂ ਰਹੀਮੂ ਨੂੰ ਨਹੀਂ ਸੀ ਲੱਭਦੀ। ਜਦੋਂ ਖਰੋਟ ਤੇ ਕੌਡੀਆਂ ਖੇਡ ਹਟਦੇ ਅਤੇ ਹੱਟਾਂ 'ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗੁਲੇਲਾਂ 'ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਵਗਦੇ। ਜੰਡਾਂ ਚਰਵਾਹਾਂ ਵਣਾਂ ਥੱਲੇ ਖਲੋ ਕੇ ਉੱਥੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ। ਉਹ ਬੈਠਾ ਏ, ਇਹ ਬੈਠਾ ਏ, ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ। ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ। ਉਹਨਾਂ ਤੋਂ ਅੱਜ ਤੀਕਰ ਕਦੇ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਵਗਦੇ ਸੂਈ ਦੇ ਕੰਢੇ ਖਲੋਤੇ ਬ੍ਰਿਛ 'ਤੇ ਛਾਵੇਂ ਬਹਿ ਜਾਂਦੇ। ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ। ਲੋਕੀ ਪਤਾ ਨਹੀਂ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਨਾਲ ਗਾਰਾ ਕਰੋਚਦਾ, ਐਵੇਂ ਜਿਹਾ ਆਖਦਾ, ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉੱਤਰ ਦਿੰਦਾ, ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ। ਫਿਰ ਇੱਕ ਨਿਰਾਸ਼ਤਾ ਜੇ ਉਹਨਾਂ ਦੇ ਚਿਹਰਿਆਂ 'ਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚਪੀਤੇ ਬੈਠੇ ਘਾਹ ਦੀਆਂ ਤਿਨਾਂ ਉਖਾੜਦੇ ਰਹਿੰਦੇ। ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬਹਿੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਝੱਸ ਪੂਰਾ ਕਰਦੇ। ਕਈ ਵਾਰ ਇਉਂ ਹੀ ਬਾਹਰ ਭੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ। ਆਥਣ ਹੋ ਗਈ ਸੀ। ਵਾਕਈ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹਲੋਂ ਛੁੱਟੇ ਬੌਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ 'ਤੇ ਟੰਗੀ ਪਿੰਡ ਨੂੰ ਪਰਤ ਗਏ। ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ। ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ, ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਤੇ ਇੱਕ ਦੂਜੇ ਸੂਏ, ਨਾਲੇ ਇੱਕ ਵੈਕੜੀ ਵੀ ਸੀ। ਉਹ ਉਹਨਾਂ ਤਿਆਂ ਨੂੰ ਚਾਰਦੇ ਹੁੰਦੇ ਸਨ। ਇਉਂ ਹੀ ਹੇਕਾਂ ਲਾਉਂਦੇ ਘਰ ਮੁੜਦੇ ਹੁੰਦੇ ਸਨ। ਉਦੋਂ ਫਿਰ ਉਹ ਵਹਿੜੀ ਤੇ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ ਉਹਨਾਂ ਨੂੰ, ਤੇ ਤੈਨੂੰ ਨਹੀਂ ਪਤਾ? ਚਲੋ ਠੀਕ ਹੋਇਆ, ਸਾਂਭ ਸੰਭਾਈ ਦਾ ਟੰਟਾ ਗਲੋ ਲੱਥਾ, ਰਹੀਮੂ ਨੇ ਖੁਸ਼ ਹੋ ਕੇ ਕਿਹਾ। ਕੁਸਮੁਸਾ ਜਿਹਾ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਆਕਾਸ਼ ਉੱਤੇ ਜੇ ਕੋਈ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖੁਰਾਂ ਦੇ ਕੱਟੇ ਨਾਲ ਫਜ਼ਾ ਅੱਟੀ ਹੋਈ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟੀਆਂ ਉੱਤੇ
ਅੰਤਮ ਠੁੰਗੇ ਭਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ। ਪਹਿਲਵਾਨਾਂ ਦੀ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੜੀਆਂ ਹੋਈਆਂ ਦਿਸਦੀਆਂ ਸਨ। ਪਤਾ ਹੈ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ? ਹਾਂ ਪਤਾ ਹੈ, ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਹੀ ਲੰਘਦੀ ਦੱਸਿਆ ਕਰਦੀ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸੀ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈਕੜੀਆਂ ਤੇ ਝੋਟੀਆਂ ਗਈਆਂ ਸਨ। ਇਉਂ ਆਖਦਾ ਕਰੀਮੂ ਹੱਸ ਪਿਆ, ਨਾਲ ਹੀ ਕਰੀਮੂ ਵੀ। ਦੋਵੇਂ ਹੀ ਖਿੜਖਿੜ ਕਰਦੇ ਦੋਹਰੇ ਹੁੰਦੇ ਜਾਂਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜੇਕਰ ਉਹ ਰੋ ਰਹੇ ਹੁੰਦੇ ਨੇ। ਇੰਨੇ ਨੂੰ ਹਵਾ ਦਾ ਇੱਕ ਰੁਮਕਾ ਵਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ। ਵੱਡੇ ਨੇ ਹੌਂਕਾ ਜਿਹਾ ਭਰ ਕੇ ਆਖਿਆ, ਹੁਣ ਨਾ ਸਾਡੇ ਵਾਹੁਣ ਨੇ ਭੋਏ ਨਾ ਜੌਨ ਨੂੰ ਢੱਗੇ। ਚੱਲ ਚੰਗਾ ਹੀ ਏਦਾਂ ਹੀ ਹੈ, ਕੀ ਲੈਣਾ ਜੇ ਗੱਲ ਫਾਹੇ ਪਾ ਕੇ। ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ। ਫਿਰ ਦੋਵੇਂ ਚੁੱਪ ਹੋ ਗਏ। ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਕਰਦੇ ਸਨ। ਐਨੇ ਨੂੰ ਕਰੀਮੂ ਨੇ ਕਿਹਾ, ਚੱਲ ਰਹੀਮੂ ਵਗ ਚੱਲੀਏ, ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਵੀ ਨਾ ਕੱਢੇ। ਤੇ ਦੋਵੇਂ ਕਾਹਲੀ ਉਲਾਂਘਾ ਭਰਦੇ ਪਿੰਡ ਵੱਲ ਤੁਰ ਪਏ, ਜਿੱਥੇ ਦੀਵੇਂ ਬਲ ਚੁੱਕੇ ਸੀ। ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਇੱਕ ਵੇਲੇ ਰੋਟੀ ਖਾਂਦੇ ਹੁੰਦੇ ਸਨ। ਮਾਂ ਲੋਕਾਂ ਦੇ ਘਰੇ ਪੇਨ ਦਲਨ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੇ ਡੰਗ ਨਹੀਂ ਸਨ ਟਪਾ ਸਕਦੇ। ਦੋਵੇਂ ਜਣੇ ਚੁੱਲ੍ਹਾ ਤਾਉਂਦੇ ਤੇ ਕੱਚੀਆਂ ਧੁਆਖੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਜਾਂਦੇ। ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ। ਪਿੰਡ ਦੇ ਇਹਨਾਂ ਨੂੰ ਗਵਾਰ ਸਮਝਦੇ ਸਨ। ਉਹਨਾਂ ਕਈ ਵਾਰ ਇਹਨਾਂ ਦੋਨਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਉੱਤੇ ਵੇਚਦਿਆਂ ਥੱਕਿਆ ਸੀ। ਪਿੰਡ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਰਹੀਮੂ 'ਤੇ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ, ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ 'ਤੇ ਸਦਾ ਟਿਕਿਆ ਰਿਹਾ। ਲੋਕਾਂ ਦੇ ਨਿੱਤ ਦੇ ਉਲਾਂਭਿਆਂ ਤੋਂ ਤਲਾਸ਼ੀਆਂ ਤੋਂ ਮਾਂ ਛਿੱਤੀ ਪੈ ਗਈ ਹੋਈ ਸੀ। ਕਰੀਮੂ ਤੇ ਰਹੀਮੂ ਵੀ ਇਕਾਂਤ ਵਿੱਚ ਬਹਿ ਕੇ ਇਹਨਾਂ ਊਜਾਂ ਨੂੰ ਮਹਿਸੂਸ ਤਾਂ ਕਰਦੇ, ਪਰ ਪਲ ਕੁ ਲਈ। ਮੁੜ ਉਹ ਛੇਤੀ ਹੀ ਕੌੜੀਆਂ ਅਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ। ਲੋਕੀ ਇਹਨਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿੱਚ ਲੁਕ ਬਹਿੰਦੇ। ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹਖਾਨੇ ਭਿਜਵਾ ਦਿੱਤਾ ਜਾਵੇ। ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ ਗੱਲਾਂ ਵੀ ਕੀਤਾ ਕਰਦੇ। ਲੋਕੀ ਸਾਡੇ ਉੱਤੇ ਬਦੋ-ਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਨੇ? ਅਸਾਂ ਕਦੇ ਕਿਸੇ ਦੀ ਹੀਨ ਤੱਕ ਨਹੀਂ ਛੂਈ। ਐਵੇਂ ਝੱਲੀ ਨੇ, ਦੂਜਾ ਆਖਦਾ ਤੇ ਦੋਵੇਂ ਜਣੇ ਉੱਚੀ ਹੱਸ ਪੈਂਦੇ। ਮਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ। ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ, ਮਾਂ ਦੇ ਮੂੰਹ ਨੂੰ ਤੱਕਦੇ। ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬਹੁਤੀਆਂ ਉਹਨਾਂ ਦੇ ਪਿਓ ਬਾਰੇ। ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ। ਤੁਹਾਡਾ ਅੱਬਾ ਬੱਚਾ? ਹਾਂ ਮਾਂ, ਬੜਾ ਚੰਗਾ ਸੀ, ਕਰੀਮੂ ਖੁਸ਼ੀ ਨਾਲ ਬੋਲਿਆ। ਮੈਨੂੰ ਹਾਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ, ਬੱਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਹੀ ਨਾ, ਹੈ ਨਾ ਕਰੀਮੂ? ਰਹੀਮੂ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ। ਨਾਲ ਲੱਗਦਿਆਂ ਕਰੀਮੂ ਮਾਂ ਵੱਲ ਤੱਕਦਾ ਬੋਲਿਆ। ਰੱਜ ਰੋਟੀਆਂ ਖਾਂਦੇ ਹੁੰਦੇ ਸਾਂ, ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਏ ਨੇ। ਇੱਕ ਪਲ ਲਈ ਕੋਠੇ ਵਿੱਚ ਹੂਕ ਜੀ ਛਾ ਗਈ। ਤਿੰਨਾਂ ਨੇ ਦੀਵੇ ਦੇ ਮੱਧਮ ਹੁੰਦੀ ਜੋਤ ਵੱਲ ਤੱਕਿਆ। ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਭਰ ਕੇ ਮੁੜ ਆਖਿਆ, ਉਹ ਮੈਨੂੰ ਬੜਾ ਪਿਆਰ ਕਰਦਾ ਸੀ, ਤੁਹਾਡਾ ਅੱਬਾ ਬੱਚਾ। ਵੇਂਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ, ਇਹ ਸੋਨੇ ਦੀਆਂ ਮੁਰਕੀਆਂ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ 'ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜੇ ਆਉਣ ਲੱਗ ਪਏ ਤੇ ਉਹ ਮੁੜ ਬੋਲੀ, ਬੜੇ ਔਖੇ ਵੇਲੇ ਆਏ ਬੱਚਾ। ਜਦੋਂ ਜੂਏ ਵਿੱਚ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਘਾ ਟਪਾਉਣ ਲਈ ਮੈਂ ਆਖਿਆ ਸੀ।
ਇਹ ਮੁਰਗੀਆਂ ਵੇਚ ਦਿਓ। ਪਰ ਉਸ ਆਖਿਆ ਸੀ, ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ। ਯਾਨੀ ਕਿ ਉਹਦੇ ਫਾਦਰ ਜਿਹੜੇ ਸੀ ਬੱਚਿਆਂ ਦੇ, ਉਹ ਮੁਰਗੀਆਂ ਨੂੰ ਵੇਚਣਾ ਨਹੀਂ ਸੀ ਚਾਹੁੰਦੇ। ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ। ਕਰੀਮੂ ਤੇ ਰਹੀਮੂ ਸੁੰਨ ਹੋਏ ਬੈਠੇ ਰਹੇ। ਮਾਂ ਕੁਝ ਰੁਕ ਕੇ ਮੁੜ ਬੋਲੀ, ਮੈਂ ਉਮਰ ਭਰ ਇਹਨਾਂ ਮੁਰਗੀਆਂ ਨੂੰ ਸਾਂਭ ਰੱਖਦੀ ਆਈ ਹਾਂ ਪੁੱਤਰ। ਜੇ ਮੈਂ ਮਰ ਗਈ, ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀ ਆ। ਤੁਹਾਡੇ ਅੱਬਾ ਦੀ ਯਾਦ। ਉਹਦਾ ਗਲਾ ਰੁਕ ਗਿਆ ਤੇ ਅੱਗੇ ਉਹ ਕੁਝ ਨਾ ਕਹਿ ਸਕੀ। ਬਿੰਦ ਕੁ ਮਗਰੋਂ ਦੋਵੇਂ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਉੱਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ ਪਈ ਝਾਕਦੇ ਸਨ, ਮਾਨੋ ਉਹਨਾਂ ਨੂੰ ਘੁਰਕ ਰਹੇ ਨੇ। ਦੋਵੇਂ ਨਾਲੋਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ। ਮਾਂ ਐਵੇਂ ਨਿੱਤ ਮਰਨ ਕਰਦੀ ਰਹਿੰਦੀ ਹੈ, ਕਰੀਮੂ ਬੋਲਿਆ। ਰੱਬ ਕਰੇ ਨਾ ਮਾਂ ਮਰੇ ਤੇ ਨਾ ਹੀ ਉਹਦੀਆਂ ਮੁਰਗੀਆਂ ਦੱਬੀਆਂ ਜਾਣ, ਰਹੀਮੂ ਨੇ ਆਖਿਆ। ਹਾਂ, ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਗੀਆਂ ਨੂੰ। ਫਿਰ ਦੋਵੇਂ ਚੁੱਪ ਕਰ ਗਏ। ਸੋਨਾ ਵੀ ਕਦੇ ਦੱਬੀਦਾ ਏ ਵਿੱਚ ਭਲਾ? ਰਹੀਮੂ ਨੇ ਮੁੜ ਪੁੱਛਿਆ। ਕਾਹਨੂੰ? ਮਾਂ ਤੇ ਸੁਦੈਣ ਆ। ਲੋਕੀ ਤੋਂ ਸਗੋਂ ਸੋਨਾ ਧਰਤੀ ਚੋਂ ਕੱਢਦੇ ਹੁੰਦੇ ਨੇ। ਕਿੰਨੇ ਕੰਮ ਆਉਂਦਾ ਹੈ ਸੋਨੇ ਦੇ ਪੈਸਿਆਂ ਦੇ ਦਾਣੇ ਤੇ ਰੋਟੀਆਂ। ਇਉਂ ਗੱਲਾਂ ਕਰਦੇ ਉਹ ਸੌਂ ਗਏ। ਕਈ ਦਿਨ ਹੋਰ ਲੰਘ ਗਏ। ਉੜਕ ਰਿੜਕਦੀ ਮਾਂ ਦਾ ਅੰਤ ਹੋ ਗਿਆ। ਦੋਹਾਂ ਭਰਾਵਾਂ ਨੜੋਇਆ ਤਿਆਰ ਕੀਤਾ। ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ। ਉਹਨਾਂ ਆਪੇ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਿਆਂ ਕੀਤਾ। ਦੋਹਾਂ ਕੰਨਾਂ ਵਿੱਚ 2 ਸੋਨੇ ਦੀਆਂ ਮੁਰਗੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ, ਉਹਨਾਂ ਦੇ ਪਿਓ ਦੀ ਯਾਦਗਾਰ। ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਨਾ ਕੋਈ ਦਿਲਬਰੀ ਲਈ ਉਹਨਾਂ ਕੋਲ ਬੈਠਾ, ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਭਾਣੇ ਮੰਜੀਆਂ 'ਤੇ ਚੁੱਪਚਾਪ ਜੇ ਪੈ ਗਏ। ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ, ਚਲੋ ਜੀ, ਤੁਰ ਗਈ ਮਾਂ ਵੀ ਅੱਜ। ਹੁਣ ਉਹ ਕਿੱਥੇ ਜਾਏਗੀ ਕਰੀਮੂ? ਰਹੀਮੂ ਨੇ ਵੀ ਚੁੱਪ ਤੋੜੀ। ਬੈਸ਼ਤੀ, ਮੁਰਗੀਆਂ ਵੀ ਨਾਲ ਏ? ਮੁਰਗੀਆਂ? ਕਰੀਮੂ ਕੋਈ ਉੱਤਰ ਨਾ ਦੇ ਸਕਿਆ। ਉੜਕ ਦੋਹਾਂ ਨੂੰ ਨਿੰਦਰ ਆ ਗਈ। ਧਰੂ ਦੁਆਲੇ ਘੁੰਮਣ ਵਾਲੀ 7 ਰਿਸ਼ੀਆਂ ਦੀ ਖਿੱਤੀ ਕਿਤੇ ਤੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ ਜਦੋਂ ਰਹੀਮੂ ਕਸਮੇੜੇ ਜਿਹਾ ਪਾਂਦਾ ਜਾਗਿਆ। ਰਾਤ ਐਡੀ ਡਰਾਉਣੀ ਸੀ ਜਿਹੜਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ। ਉਸ ਸਹਿਜੇ ਜੇ ਭਰਾ ਨੂੰ ਜਗਾ ਕੇ ਆਖਿਆ, ਭੁੱਖ ਲੱਗੀ ਓ ਕਰੀਮੂ? ਘਰ ਵਿੱਚ ਤੇ ਕੁਝ ਨਹੀਂ, ਕਰੀਮੂ ਬੋਲਿਆ। ਫਿਰ ਕਿੰਨਾ ਚਿਰ ਦੋਵੇਂ ਗੁੰਮ ਜੇ ਪਏ ਰਹੇ। ਪਰ ਰਹੀਮੂ ਨੇ ਮੁੜ ਆਖਿਆ, ਅਖਰੋਟ ਭੰਨ ਕੇ ਖਾ ਲਵਾਂ? ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜੀ ਛਾ ਗਈ ਤੇ ਫੇਰ ਇੱਕੋ ਵਾਰ ਇੱਕੋ ਫੁਰਨਾ ਚੀਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ। ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ। ਮਲਕੜੇ ਜੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ ਤੇ ਬੂਹਾ ਲਾ ਕੇ ਸਹਿਜੀ ਦੋਵੇਂ ਬਾਹਰ ਨਿਕਲ ਗਏ। ਰਾਤ ਮੌਤ ਜਿੱਡੀ ਖਾਮੋਸ਼ ਸੀ। ਸੱਜਰੀ ਦੱਬੀ ਮਾਂ ਦੀ ਕਬਰ ਉੱਤੇ 2 ਕਾਲੇ ਵਜੂਦ ਖਲੋਤੇ ਸਨ, ਜੀਕਰ ਮੌਤ ਦੇ ਪਰਛਾਵੇਂ ਹੁੰਦੇ ਹਨ। ਕਿੰਨਾ ਚਿਰ ਕੋਈ ਆਵਾਜ਼ ਉੱਥੋਂ ਪੈਦਾ ਨਾ ਹੋਈ। ਕੁਝ ਚਿਰ ਮਗਰੋਂ ਕੁਝ ਸਾਂ ਹੋਈ। ਕਰੀਮੂ, ਮਾਰ ਵੀ ਟੱਕ। ਸਹਿਜੇ ਹੀ ਕਰੀਮੂ ਦੇ ਮੂੰਹ ਮਸਾ ਨਿਕਲਿਆ, ਤੂੰ ਵੀ ਤੇ? ਕਰੀਮੂ ਨੇ ਕੰਬਦਿਆਂ ਬਾਹਾਂ ਨਾਲ ਕਈ ਆਪਣੇ ਵੱਲ ਝੁਕਾਉਂਦਿਆਂ ਕਿਹਾ। ਉਹਨਾਂ ਦੀਆਂ ਹਿੱਕਾਂ ਠੱਕ ਠੱਕ ਵੱਜ ਰਹੀਆਂ ਸਨ। ਕਈ ਤੇ ਕੰਧਾਲਾਂ ਚੀਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਸਨ ਜਾਂਦੇ। ਕੱਲਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ, ਪਰ ਬਾਹਾਂ ਚੀਕਰ ਸਤੀਆਂ ਹੀਣ ਹੋ ਗਈਆਂ ਹੁੰਦੀਆਂ ਹਨ। ਰਾਤ ਦੀ ਖਾਮੋਸ਼ੀ ਵਿੱਚੋਂ ਇੱਕ ਬੇਮਾਲੂਮੀ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ, ਜੇਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਗੀਆਂ। ਤੁਹਾਡੇ ਅੱਬਾ ਦੀ ਯਾਦ ਬੱਚਾ। ਮਾਂ? ਰਹੀਮੂ ਦੇ ਮੂੰਹ ਬੇਤਹਾਸ਼ਾ ਇਉਂ ਨਿਕਲਿਆ ਜੇਕਰ ਉਹ ਰੋ ਪਿਆ ਹੁੰਦਾ ਏ। ਚੱਲ ਰਹੀਮੂ, ਕਰੀਮੂ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਢਹਿ ਪਏ। ਤਾਰਿਆਂ ਦੀ ਲੋਅ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ। ਅਤੇ ਇਸ ਤਰ੍ਹਾਂ ਇਹ ਸੀ ਕਹਾਣੀ ਮੁਰਗੀਆਂ। ਅਤੇ ਬੱਚੇ, ਇਹ ਬੜੀ ਹੀ ਦਿਲ ਲੁਭਾਵਨੀ ਕਹਾਣੀ ਸੀ ਜਿਹਦੇ ਵਿੱਚ ਕਿ ਦੱਸਿਆ ਗਿਆ ਹੈ
कि किस तरह की मार्मिक स्थिति जिहड़ी है बच्चों की मदर की डैथ तो बाद पैदा होंदी है। करीमू ते रहीमू जो कि अपनी माँ नूं जिउंदियां कदे उन्होंने उसकी बात नहीं सी पुछी। ਉਹ बीमारी नाल उसका बुरा हाल सी लेकिन उसनूं पानी तक नहीं सी दिंदे, पर फिर भी उसकी एक गल उन्होंने याद रहिंदी है कि किस तरह वो अपने कन्नां च पईयां मुर्गियां दे नाल ਉਹਦੇ ਪਾਪਾ ਦੀ ਜਿਹੜੀ ਨਿਸ਼ਾਨੀ ਸੀ, ਉਹਦੇ ਫਾਦਰ ਦੀ ਜਿਹੜੀ ਨਿਸ਼ਾਨੀ ਸੀ, ਉਸਨੂੰ ਸੰਭਾਲ ਕੇ ਰੱਖਣਾ ਚਾਹੁੰਦੀ ਸੀ। ਅਤੇ ਕਿਸ ਤਰ੍ਹਾਂ ਉਹ ਮਰਨ ਤੋਂ ਪਹਿਲਾਂ ਉਹਨਾਂ ਦੋਨੋਂ ਬੱਚਿਆਂ ਤੋਂ ਵਾਅਦਾ ਲੈਂਦੀ ਹੈ ਕਿ ਮਰਨ ਤੋਂ ਬਾਅਦ ਵੀ ਇਹ ਜਿਹੜੀਆਂ ਮੁਰਗੀਆਂ ਨੇ ਉਹਦੇ ਕੰਨਾਂ ਵਿੱਚ ਹੀ ਪਈਆਂ ਰਹਿਣ ਅਤੇ ਉਸਨੂੰ ਲਾਉਣ ਨਾ। ਪਰ ਜਦੋਂ ਭੁੱਖ ਤੋਂ ਉਹ ਲਾਚਾਰ ਹੋ ਜਾਂਦੇ ਨੇ ਅਤੇ ਸੋਚਦੇ ਹਨ ਕਿ ਉਹ ਮੁਰਗੀਆਂ ਵੇਚ ਕੇ ਆਪਣੇ ਲਈ ਕੁਝ ਖਾਣ ਦੀ ਵਸਤੂ ਲਿਆਉਣਗੇ, ਤਾਂ ਕਿਸ ਤਰ੍ਹਾਂ ਜਦੋਂ ਆਪਣੀ ਮਾਂ ਦੀ ਕਬਰ ਨੂੰ ਖੋਦਦੇ ਹੈ ਤਾਂ ਉਹਨਾਂ ਨੂੰ ਆਪਣੀ ਮਾਂ ਦੀ ਜਿਹੜੀ ਅੰਤਰਾਤਮਾ ਦੀ ਆਵਾਜ਼ ਜਿਹੜੀ ਹੈ ਉਹਨਾਂ ਨੂੰ ਝਕਝੋਰ ਦਿੰਦੀ ਹੈ। ਮਾਂ ਦੀ ਆਵਾਜ਼ ਉਹਨਾਂ ਨੂੰ ਸੁਣਾਈ ਦੇਣ ਲੱਗਦੀ ਹੈ ਕਿ ਕਿਸ ਤਰ੍ਹਾਂ ਉਸਨੇ ਉਹਨਾਂ ਨੂੰ ਵਾਅਦਾ ਲਿੱਤਾ ਸੀ ਕਿ ਮੁਰਗੀਆਂ ਨਾ ਵੇਚਣ, ਅਤੇ ਫਿਰ ਉਹ ਉੱਥੋਂ ਉਹ ਮੁਰਗੀਆਂ ਬਿਨਾਂ ਲੱਤੇ ਹੀ ਵਾਪਿਸ ਆ ਜਾਂਦੇ ਹਨ। ਤਾਂ ਉਮੀਦ ਕਰਦੀ ਹਾਂ ਤੁਸੀਂ ਵੀਡੀਓ ਐਂਡ ਤੱਕ ਦੇਖਿਆ ਹੋਏਗਾ ਅਤੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਏਗੀ। ਲੇਕਿਨ ਇਸ ਤੋਂ ਪਹਿਲਾਂ ਆਪਾਂ ਇਸ ਕਹਾਣੀ ਦੇ ਵਿੱਚ ਆਏ ਜਿਹੜੇ ਛੋਟੇ ਜਿਹੜੇ ਪ੍ਰਸ਼ਨ ਉੱਤਰ ਹੈ ਉਹਨਾਂ ਬਾਰੇ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਮੁਰਗੀ ਕਹਾਣੀ ਦਾ ਲੇਖਕ ਕੌਣ ਹੈ? ਮੁਰਗੀਆਂ ਕਹਾਣੀ ਦਾ ਲੇਖਕ ਨੌਰੰਗ ਸਿੰਘ ਹੈ। ਮਾਂ ਕਰੀਮੂ ਅਤੇ ਰਹੀਮੂ ਕਿਸ ਕਹਾਣੀ ਦੇ ਪਾਤਰ ਹਨ? ਮੁਰਗੀਆਂ ਕਹਾਣੀ ਦੇ। ਮੁਰਗੀਆਂ ਕਹਾਣੀ ਵਿਚਲੇ ਬੱਚਿਆਂ ਦੇ ਕੀ ਨਾਂ ਸਨ? ਮੁਰਗੀਆਂ ਕਹਾਣੀ ਵਿਚਲੇ ਬੱਚਿਆਂ ਦੇ ਨਾਮ ਕਰੀਮੂ ਤੇ ਰਹੀਮੂ ਸਨ। ਕਿਸ ਕਹਾਣੀ ਵਿੱਚ ਮਾਂ ਬਿਮਾਰ ਹੈ ਤੇ ਉਹ ਮਰਨ ਪਿੱਛੋਂ ਕਬਰ ਵਿੱਚ ਦਬਾ ਦਿੱਤੀ ਜਾਂਦੀ ਹੈ? ਮੁਰਗੀਆਂ ਕਹਾਣੀ ਵਿੱਚ ਮਾਂ ਬਿਮਾਰ ਹੈ ਤੇ ਉਹ ਮਰਨ ਪਿੱਛੋਂ ਕਬਰ ਵਿੱਚ ਦਬਾ ਦਿੱਤੀ ਜਾਂਦੀ ਹੈ। ਕਰੀਮੂ ਤੇ ਰਹੀਮੂ ਕਿਹੜੀ ਖੇਡ ਖੇਡਦੇ ਹਨ? ਕਰੀਮੂ ਤੇ ਰਹੀਮੂ ਅਖਰੋਟ ਵਾਲੀ ਖੇਡ ਖੇਡਦੇ ਹਨ। ਕਰੀਮੂ ਅਤੇ ਰਹੀਮੂ ਵਿੱਚੋਂ ਵੱਡਾ ਭਰਾ ਕੌਣ ਸੀ? ਕਰੀਮੂ। ਕਰੀਮੂ ਤੇ ਰਹੀਮੂ ਕੀ ਕਰਦੇ ਲੜ ਪਏ? ਅਖਰੋਟ ਖੇਡਦੇ ਹੋਏ ਕਰੀਮੂ ਅਤੇ ਰਹੀਮੂ ਲੜ ਪਏ। ਕਰੀਮੂ ਨੇ ਰਹੀਮੂ ਦੇ ਕਿੱਥੇ ਹੂਰਾ ਮਾਰਿਆ? ਦੰਦਾਂ ਤੇ। ਬਿਮਾਰ ਮਾਂ ਕੀ ਮੰਗ ਰਹੀ ਸੀ? ਬਿਮਾਰ ਮਾਂ ਪਾਣੀ ਮੰਗ ਰਹੀ ਸੀ। ਕਰੀਮੂ ਤੇ ਰਹੀਮੂ ਦਾ ਬਿਮਾਰ ਮਾਂ ਪ੍ਰਤੀ ਰਵੱਈਆ ਕੀ ਸੀ? ਕਰੀਮੂ ਤੇ ਰਹੀਮੂ ਦਾ ਬਿਮਾਰ ਮਾਂ ਦੇ ਪ੍ਰਤੀ ਜਿਹੜਾ ਰਵੱਈਆ ਸੀ ਉਹ ਬਹੁਤ ਹੀ ਬੇਪਰਵਾਹੀ ਵਾਲਾ ਸੀ। ਕਰੀਮੂ ਤੇ ਰਹੀਮੂ ਨੂੰ ਪਿੰਡ ਵਿੱਚ ਕੋਈ ਮੂੰਹ ਕਿਉਂ ਨਹੀਂ ਸੀ ਲਾਉਂਦਾ? ਕਰੀਮੂ ਤੇ ਰਹੀਮੂ ਨੂੰ ਪਿੰਡ ਵਿੱਚ ਕੋਈ ਮੂੰਹ ਨਹੀਂ ਸੀ ਲਾਉਂਦਾ ਕਿਉਂਕਿ ਉਹ ਵਿਹਲੜ, ਗੈਰ ਜ਼ਿੰਮੇਵਾਰ ਤੇ ਅਵਾਰਾਗਰਦ ਸਨ। ਕਰੀਮੂ ਦੀ ਉਮਰ ਕਿੰਨੀ ਸੀ? 16 ਸਾਲ, ਕਿਉਂਕਿ ਕਰੀਮੂ ਵੱਡਾ ਸੀ। ਰਹੀਮੂ ਦੀ ਉਮਰ ਕਿੰਨੀ ਸੀ? 14 ਸਾਲ। ਮਾਂ ਨੂੰ ਬਿਮਾਰ ਪਿਆ ਕਿੰਨਾ ਚਿਰ ਹੋ ਗਿਆ ਸੀ? ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਪਰ ਹੋ ਗਿਆ ਸੀ। ਕਰੀਮੂ ਤੇ ਰਹੀਮੂ ਦੇ ਪਿਤਾ ਦੇ ਹੁੰਦਿਆਂ ਉਹਨਾਂ ਕੋਲ ਕਿਹੜੇ ਪਸ਼ੂ ਸਨ? 2 ਝੋਟੀਆਂ ਤੇ 1 ਵੈਕੜੀ। ਬਿਮਾਰ ਮਾਂ ਦੇ ਇਲਾਜ ਲਈ ਡਾਕਟਰ ਜਾਂ ਹਕੀਮ ਕਿਉਂ ਨਹੀਂ ਸੀ ਬੁਲਾਇਆ ਗਿਆ? ਬਿਮਾਰ ਮਾਂ ਦੇ ਇਲਾਜ ਲਈ ਡਾਕਟਰ ਜਾਂ ਹਕੀਮ ਨਹੀਂ ਸੀ ਬੁਲਾਇਆ ਗਿਆ ਕਿਉਂਕਿ ਉਹਨਾਂ ਦੇ ਘਰ 'ਚ ਬਹੁਤ ਗਰੀਬੀ ਸੀ। ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਲੈ ਕੇ ਸ਼ਿਕਾਰ ਖੇਡਣ ਜਾਂਦੇ? ਕਰੀਮੂ ਤੇ ਰਹੀਮੂ ਗੁਲੇਲਾਂ ਤੇ ਗੋਲੀਆਂ ਲੈ ਕੇ ਸ਼ਿਕਾਰ ਖੇਡਣ ਜਾਂਦੇ। ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਕਿਸ ਕੰਮ ਵਿੱਚ ਗੁਆਈਆਂ ਸਨ? ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਜੂਏ ਵਿੱਚ ਹਾਰ ਗਿਆ ਸੀ, ਉਹਦੇ ਵਿੱਚ ਹੀ ਗੁਆ ਦਿੱਤੀਆਂ ਸਨ। ਕਰੀਮੂ ਤੇ ਰਹੀਮੂ ਗੈਰ ਜ਼ਿੰਮੇਵਾਰ ਸੁਭਾਅ ਵਾਲੇ ਕਿਉਂ ਬਣੇ ਸਨ? ਕਰੀਮੂ ਤੇ ਰਹੀਮੂ ਗੈਰ ਜ਼ਿੰਮੇਵਾਰ ਸੁਭਾਅ ਵਾਲੇ ਆਪਣੇ ਪਿਓ ਦੀ ਗੈਰ ਜ਼ਿੰਮੇਦਾਰੀ ਕਾਰਨ ਬਣੇ ਸਨ। ਪਿੰਡ ਵਿੱਚ ਜੇਕਰ ਕੋਈ ਚੋਰੀ ਹੁੰਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਿਸ ਉੱਤੇ ਜਾਂਦਾ ਸੀ? ਜਾਂ ਪਿੰਡ ਵਿੱਚ ਕਿਸੇ ਦੀਆਂ ਛੱਲੀਆਂ ਟੁੱਟਦੀਆਂ ਜਾਂ ਪਾ ਚੁੱਕੀ ਜਾਂਦੀ ਤੇ ਸ਼ੱਕ ਕਿਸ 'ਤੇ ਜਾਂਦਾ? ਕਰੀਮੂ ਤੇ ਰਹੀਮੂ ਉੱਤੇ। ਬਿਮਾਰ ਮਾਂ ਰਾਤ ਵੇਲੇ ਕਰੀਮੂ ਤੇ ਰਹੀਮੂ ਨੂੰ ਉਹਨਾਂ ਦੇ ਪਿਓ ਬਾਰੇ ਕਿਹੋ ਜਿਹੀਆਂ ਗੱਲਾਂ ਸੁਣਾਉਂਦੀ ਸੀ? ਬਿਮਾਰ ਮਾਂ ਕਰੀਮੂ ਤੇ ਰਹੀਮੂ ਨੂੰ ਉਹਨਾਂ ਦੇ ਪਿਓ ਬਾਰੇ ਬਹੁਤ ਸੋਗੀ ਕਹਾਣੀਆਂ ਸੁਣਾਉਂਦੀ ਸੀ, ਗੱਲਾਂ ਸੁਣਾਉਂਦੀ ਸੀ। ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਕੀ ਖੇਡਣ ਦੀ ਆਦਤ ਸੀ? ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਜੂਆ ਖੇਡਣ ਦੀ ਆਦਤ ਸੀ। ਜੂਏ ਵਿੱਚ ਸਭ ਕੁਝ ਹਾਰਨ ਪਿੱਛੋਂ ਘਰ ਵਿੱਚ ਤੰਗੀਆਂ ਆਉਣ ਦੇ ਬਾਵਜੂਦ ਕਰੀਮੂ ਤੇ ਰਹੀਮੂ ਦਾ ਅੱਬਾ ਕਿਹੜੀ ਚੀਜ਼ ਵੇਚਣ ਲਈ ਤਿਆਰ ਨਹੀਂ ਸੀ ਹੋਇਆ। ਚਾਹੇ ਕਿੰਨੀ ਮਰਜ਼ੀ ਤੰਗੀ ਆ ਗਈ ਸੀ ਲੇਕਿਨ ਕਰੀਮੂ ਤੇ ਰਹੀਮੂ ਦਾ ਜਿਹੜਾ
ਅੱਬਾ ਸੀ ਉਹ ਮਾਂ ਦੀਆਂ ਮੁਰਗੀਆਂ ਜਿਹੜਾ ਸੀ ਵੇਚਣ ਲਈ ਤਿਆਰ ਨਹੀਂ ਸੀ ਹੋਇਆ, ਤੇ ਉਹ ਚਾਹੁੰਦਾ ਸੀ ਕਿ ਉਹ ਮੁਰਗੀਆਂ ਉਹ ਹਮੇਸ਼ਾ ਆਪਣੇ ਕੰਨਾਂ ਵਿੱਚ ਪਾ ਕੇ ਰੱਖੇ। ਕਰੀਮੂ ਤੇ ਰਹੀਮੂ ਦਾ ਬਾਪ ਕਿਹੜੀ ਚੀਜ਼ ਹਮੇਸ਼ਾ ਉਹਨਾਂ ਦੀ ਮਾਂ ਦੇ ਕੰਨਾਂ ਵਿੱਚ ਦੇਖਣੀ ਚਾਹੁੰਦਾ ਸੀ? ਲਮਕਦੀਆਂ ਹੋਈਆਂ ਮੁਰਗੀਆਂ। ਮਾਂ ਨੇ ਕਰੀਮੂ ਤੇ ਰਹੀਮੂ ਨੂੰ ਆਪਣੇ ਮਰਨ ਮਗਰੋਂ ਕਿਹੜੀ ਚੀਜ਼ ਆਪਣੇ ਨਾਲ ਹੀ ਕਬਰ ਵਿੱਚ ਦਬਾ ਦੇਣ ਲਈ ਕਿਹਾ? ਮਾਂ ਨੇ ਕਰੀਮੂ ਤੇ ਰਹੀਮੂ ਨੂੰ ਆਪਣੇ ਮਰਨ ਮਗਰੋਂ ਕੰਨਾਂ ਵਿੱਚ ਪਈਆਂ ਮੁਰਗੀਆਂ ਨਾਲ ਹੀ ਕਬਰ ਵਿੱਚ ਦਬਾਉਣ ਲਈ ਕਿਹਾ। ਕਰੀਮੂ ਤੇ ਰਹੀਮੂ ਦੀ ਮਾਂ ਮੁਰਗੀਆਂ ਨੂੰ ਕਿਉਂ ਆਪਣੇ ਕੰਨਾਂ ਨਾਲ ਵੱਖ ਨਹੀਂ ਸੀ ਕਰਨਾ ਚਾਹੁੰਦੀ? ਉਹਨਾਂ ਦੇ ਅੱਬਾ ਦੀ ਯਾਦ ਵਜੋਂ, ਕਿਉਂਕਿ ਉਹਨਾਂ ਦੇ ਅੱਬਾ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਉਹ ਉਹਨਾਂ ਮੁਰਗੀਆਂ ਨੂੰ ਹਮੇਸ਼ਾ ਪਹਿਨ ਕੇ ਰੱਖੇ, ਤੇ ਉਹਨਾਂ ਦੀ ਦਿੱਤੀ ਹੋਈ ਨਿਸ਼ਾਨੀ ਸੀ। ਰਾਤ ਦੀ ਖਾਮੋਸ਼ੀ ਵਿੱਚ ਕਿਸ ਦੀ ਆਵਾਜ਼ ਕਰੀਮੂ ਤੇ ਰਹੀਮੂ ਦੇ ਕੰਨਾਂ ਵਿੱਚ ਗੂੰਜੀ? ਰਾਤ ਦੀ ਖਾਮੋਸ਼ੀ ਦੇ ਵਿੱਚ ਮਾਂ ਦੀ ਆਵਾਜ਼ ਕਰੀਮੂ ਤੇ ਰਹੀਮੂ ਦੇ ਕੰਨਾਂ ਵਿੱਚ ਗੂੰਜੀ। ਤਾਰਿਆਂ ਦੀ ਲੋ ਵਿੱਚ ਬੱਚਿਆਂ ਨੇ ਘਰ ਮੁੜ ਜਾਂਦਿਆਂ ਕੀ ਮਹਿਸੂਸ ਕੀਤਾ? ਤਾਰਿਆਂ ਦੀ ਲੋ ਵਿੱਚ ਬੱਚਿਆਂ ਨੇ ਘਰ ਮੁੜ ਜਾਂਦਿਆਂ ਦੁੱਖ ਮਹਿਸੂਸ ਕੀਤਾ। ਮਾਂ ਦੇ ਮਰਨ ਤੇ ਕਰੀਮੂ ਤੇ ਰਹੀਮੂ ਦੀ ਸਹਾਇਤਾ ਲਈ ਕੌਣ ਪੁੱਜਾ? ਮਾਂ ਦੇ ਮਰਨ ਤੇ ਕਰੀਮੂ ਤੇ ਰਹੀਮੂ ਦੀ ਸਹਾਇਤਾ ਲਈ ਕੋਈ ਵੀ ਨਹੀਂ ਪੁੱਜਾ। ਕਰੀਮੂ ਤੇ ਰਹੀਮੂ ਮੁਰਗੀਆਂ ਲੈਣ ਲਈ ਆਪਣੀ ਮਾਂ ਦੀ ਕਬਰ ਕਿਉਂ ਨਾ ਪੁੱਟ ਸਕੇ? ਕਰੀਮੂ ਤੇ ਰਹੀਮੂ ਮੁਰਗੀਆਂ ਲੈਣ ਲਈ ਆਪਣੀ ਮਾਂ ਦੀ ਕਬਰ ਨਹੀਂ ਪੁੱਟ ਸਕੇ ਕਿਉਂਕਿ ਆਪਣੇ ਅੰਦਰ ਬਚੀ ਕੁਝ ਇਨਸਾਨੀਅਤ ਜਿਹੜੀ ਸੀ ਉਹਨਾਂ ਨੂੰ ਜਾਗਦੀ ਹੋਈ ਮਹਿਸੂਸ ਹੋਈ ਸੀ। ਕਿਹੜੀ ਗੱਲ ਨੇ ਕਰੀਮੂ ਤੇ ਰਹੀਮੂ ਨੂੰ ਮਾਂ ਦੀ ਕਬਰ ਪੁੱਟਣ ਦਾ ਰਾਹ ਚੁਣਨ ਲਈ ਮਜਬੂਰ ਕੀਤਾ ਸੀ? ਕਰੀਮੂ ਤੇ ਰਹੀਮੂ ਨੂੰ ਆਪਣੀ ਮਾਂ ਦੀ ਕਬਰ ਪੁੱਟਣ ਦਾ ਜਿਹੜਾ ਰਾਹ ਚੁਣਨ ਲਈ ਮਜਬੂਰ ਕੀਤਾ ਸੀ? ਭੁੱਖ ਤੇ ਗਰੀਬੀ ਨੇ। ਤੇ ਇਹ ਸੀ ਬੱਚਿਓ ਇਸ ਦੇ ਵਿੱਚ ਆਏ ਛੋਟੇ ਪ੍ਰਸ਼ਨ ਉੱਤਰ ਜਿਹੜੇ ਕਿ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਹੈ। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਲਈ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।